ਝਲਕ ਤੇਰੀ ਸਹਿਣ ਜੋਗਾ ਹੋ ਗਿਆ, ਗੂੰਗਾ ਸੀ ਕੁਝ ਕਹਿਣ ਜੋਗਾ ਹੋ ਗਿਆ। ਇਹ ਤੇਰੀ ਰਹਿਮਤ ਹੈ, ਤੇਰੀ ਰਹਿਮਤ ਹੈ ਕਿ ਮੈਂ ਚਾਰ ਬੰਦਿਆਂ 'ਚ ਬਹਿਣ ਜੋਗਾ ਹੋ ਗਿਆ। ਇਹ ਗੱਲ ਸਾਬਤ ਕੀਤੀ ਹੈ ਅੰਮ੍ਰਿਤਸਰ ਦੇ ਰਹਿਣ ਵਾਲੇ ਰਾਜਾ ਹੰਸਪਾਲ ਨੇ, ਜਿਨ੍ਹੇ ਮਾਂ ਦੇ ਉੱਤੇ ਕਿਤਾਬ ਲਿਖ ਦਿੱਤੀ, ਮਹਾਰਾਣੀ ਮਾਂ। ਤੇ ਕਿਤਾਬ ਲਿਖਣੀ ਤੁਸੀਂ ਸੋਚਦੇ ਹੋਵੋ ਕਿ ਕੋਈ ਵੱਡੀ ਗੱਲ ਨਹੀਂ ਹੈ, ਕਿਤਾਬ ਕੋਈ ਲਿਖਦਾ ਹੋਏਗਾ, ਹਰ ਕੋਈ ਲਿਖਦਾ ਹੋਏਗਾ, ਪਰ ਜਦੋਂ ਰਾਜਾ ਹੰਸਪਾਲ ਦੀ ਤਸਵੀਰ ਦੇਖੋਗੇ ਤਾਂ ਹੈਰਾਨੀ ਹੋਏਗੀ। ਰਾਜਾ ਹੰਸਪਾਲ ਦਾ ਸਰੀਰ ਸਿਰਫ 80% ਹੀ ਕੰਮ ਕਰਦਾ ਹੈ, ਸਿਰਫ ਇੱਕ ਹੱਥ ਕੰਮ ਕਰਦਾ ਹੈ ਤੇ ਜਾਂ ਫਿਰ ਬੋਲ ਸਕਦਾ ਰਾਜਾ ਹੰਸਪਾਲ। ਤਾਂ ਇਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ ਕਿਤਾਬ ਲਿਖ ਦਿੱਤੀ, ਲੋਕਾਂ ਨੂੰ ਇੱਕ ਤੋਹਫਾ ਦੇ ਦਿੱਤਾ ਕਿਤਾਬ ਦੇ ਰੂਪ ਦੇ ਵਿੱਚ। ਕਿਤਾਬ ਦੇ ਵਿੱਚ ਐਸੀਆਂ ਗੱਲਾਂ ਲਿਖੀਆਂ ਨੇ ਜਿਨ੍ਹਾਂ ਨੂੰ ਪੜ੍ਹਨ ਤੋਂ ਬਾਅਦ ਸ਼ਾਇਦ ਜਿਹੜੀ ਵੀ ਕਹਾਣੀ ਪੜ੍ਹੋਗੇ ਤੁਹਾਨੂੰ ਲੱਗੇਗਾ ਕਿ ਇਹ ਸਾਡੀ ਜ਼ਿੰਦਗੀ ਵਿੱਚ ਹੋ ਸਕਦਾ ਕਿ ਬੀਤੀ ਹੈ, ਲੱਗੇਗਾ। ਇਸ ਤਰ੍ਹਾਂ ਦੀ ਕਹਾਣੀਆਂ ਇਸ ਕਿਤਾਬ ਦੇ ਵਿੱਚ ਰਾਜਾ ਹੰਸਪਾਲ ਨੇ ਲਿਖੀਆਂ। ਤਾਂ ਸਫ਼ਰ ਕਿੱਥੋਂ ਸ਼ੁਰੂ ਹੋਇਆ ਤਾਂ ਕਿੱਥੇ ਤੱਕ ਪਹੁੰਚ ਗਿਆ। ਛੋਟੀ ਉਮਰ ਦੇ ਵਿੱਚ ਪੋਲੀਓ ਹੋ ਗਿਆ ਸੀ ਤੁਹਾਨੂੰ, ਇਸ ਤਰ੍ਹਾਂ ਦੀ ਜਿਹੜੀ ਗੱਲ ਸਾਨੂੰ ਸੁਣਨ 'ਚ ਮਿਲੀ ਹੈ। ਦੱਸੋ ਸ਼ੁਰੂਆਤ ਕਿੱਥੋਂ ਹੋਈ, ਕਿਸ ਤਰ੍ਹਾਂ ਤੁਹਾਡੀ ਇਹ ਹਾਲਾਤ ਹੋਏ? ਹਾਂਜੀ ਬਿਲਕੁਲ ਜੀ, ਜਿਵੇਂ ਤੁਸੀਂ ਕਿਹਾ 1.5 ਸਾਲ ਦੀ ਉਮਰ ਵਿੱਚ ਹੀ ਮੈਨੂੰ ਮੇਰੇ ਮਾਪਿਆਂ ਕੋਲ ਪਤਾ ਲੱਗਾ ਕਿ ਮੈਨੂੰ ਪੋਲੀਓ ਦੀ ਬਿਮਾਰੀ ਹੋ ਗਈ ਸੀ। ਉਹਦੇ ਨਾਲ ਮੇਰਾ ਤੁਰਨਾ ਬਿਲਕੁਲ ਥੋੜ੍ਹਾ ਬਹੁਤਾ ਮੈਂ ਲੰਗੜਾ ਕੇ ਤੁਰ ਸਕਦਾ ਸੀ, ਅਤੇ ਉਹ ਬਸ ਤੁਰਦੇ ਤੁਰਦੇ ਫਿਰ ਉਸ ਤਰ੍ਹਾਂ ਜੀਵਨ ਦੀ ਸ਼ੁਰੂਆਤ ਕੀਤੀ। ਸਕੂਲੇ ਗਏ, ਸਕੂਲੇ ਪੜ੍ਹਨ ਲੱਗੇ, 8ਵੀਂ ਤੱਕ ਪਹੁੰਚਦੇ ਪਹੁੰਚਦੇ ਫਿਰ 8ਵੀਂ ਜਮਾਤ ਵਿੱਚ ਮੈਨੂੰ ਇੱਕ ਸੱਟ ਲੱਗ ਗਈ, ਦੁਰਘਟਨਾ ਹੋ ਗਈ। ਉਹਦੇ ਵਿੱਚ ਜਿਸ ਲੱਤ ਦੇ ਸਹਾਰੇ ਮੈਂ ਜ਼ਿਆਦਾ ਤੁਰਦਾ ਸੀ ਉਸੇ 'ਤੇ ਹੀ ਸੱਟ ਲੱਗੀ ਸੀ, ਅਤੇ ਉਹਦੇ ਕਰਕੇ ਫਿਰ ਉਸ ਤੋਂ ਬਾਅਦ ਮੈਨੂੰ ਤੁਰਨਾ ਲਗਭਗ ਅਸੰਭਵ ਹੀ ਹੋ ਗਿਆ ਸੀ। ਮੈਂ ਖੜ੍ਹਾ ਹੁੰਦਾ ਅਤੇ ਡਿੱਗ ਪੈਂਦਾ। ਫਿਰ ਮੈਂ ਸੋਚਿਆ ਕਿ ਨਹੀਂ, ਹੁਣ ਕੋਸ਼ਿਸ਼ ਕਰਨਾ ਬੇਕਾਰ ਆ, ਕਿਉਂਕਿ ਇਸ ਤਰ੍ਹਾਂ ਸੱਟ ਪੇਟ ਹੋਰ ਵੀ ਲੱਗ ਸਕਦੀ ਜ਼ਿਆਦਾ। ਸੋ ਉਸ ਤੋਂ ਬਾਅਦ ਫਿਰ ਮੈਂ ਪਹਿਲੋਂ ਕੁਝ ਸਮਾਂ ਮੰਜੇ 'ਤੇ, ਫਿਰ ਮੈਨੂੰ ਵੀਲਚੇਅਰ 'ਤੇ ਫਿਰ ਮੈਂ ਆਪਣਾ ਜੀਵਨ ਬਾਕੀ ਬਤੀਤ ਕਰਨਾ ਸ਼ੁਰੂ ਕੀਤਾ। ਸੋਚ ਲਿਆ ਕਿ ਹੁਣ ਵੀਲਚੇਅਰ ਦੇ ਉੱਤੇ ਹੀ ਸ਼ਾਇਦ ਜ਼ਿੰਦਗੀ ਕੱਢਣੀ ਪੈ ਸਕਦੀ ਹੈ। ਹਾਂਜੀ ਬਿਲਕੁਲ ਜੀ, ਜਦੋਂ ਸਰੀਰ ਨੇ ਸਾਥ ਦੇਣਾ ਬੰਦ ਕੀਤਾ ਤਾਂ ਫਿਰ ਮਜਬੂਰੀ 'ਚ ਹੀ ਸੋਚਣਾ ਪਿਆ ਕਿ ਨਹੀਂ, ਹੁਣ ਵੀਲਚੇਅਰ 'ਤੇ ਹੀ ਬਤੀਤ ਕਰਨੀ ਪੈਣੀ ਜ਼ਿੰਦਗੀ। ਕੋਸ਼ਿਸ਼ ਲਗਾਤਾਰ ਰਹੀ ਸੀ ਕਿ ਮੈਂ ਚੱਲਣ ਦੇ ਵਿੱਚ ਕਾਮਯਾਬ ਹੋ ਜਾ, ਇਹ ਕੋਸ਼ਿਸ਼ ਤੁਹਾਡੇ ਨੂੰ ਰਹੀ ਸੀ ਲਗਾਤਾਰ? ਹਾਂ ਬਿਲਕੁਲ ਜੀ, ਜਾਂ ਮਾਪਿਆਂ ਨੇ ਜਿੱਥੇ ਵੀ ਕੋਈ ਦੱਸ ਪਾਉਂਦਾ ਡਾਕਟਰ ਦੀ ਜਾਂ ਕਿਤੇ ਵੀ ਕੋਈ ਦੱਸ ਦਿੰਦਾ, ਉੱਥੇ ਆਪਾਂ ਜਾਂਦੇ, ਕੋਸ਼ਿਸ਼ ਵੀ ਕਰਦੇ ਰਹੇ ਕਿ ਕਿਸੇ ਤਰ੍ਹਾਂ ਸਰੀਰ ਥੋੜ੍ਹਾ ਬਹੁਤਾ ਬਿਲਡਅਪ ਹੋ ਜੇ, ਬਟ ਨਹੀਂ ਹੋ ਸਕਿਆ। ਉਸ ਤੋਂ ਬਾਅਦ ਮਤਲਬ ਕਿ ਕਹਿ ਲਓ ਕਿ ਮੇਰਾ ਫਿਰ ਹੌਲੀ ਹੌਲੀ ਬੈਠਦਿਆਂ ਜ਼ਿਆਦਾ ਪ੍ਰੋਬਲਮ ਹੋ ਗਈ, ਜਦੋਂ ਰੀੜ੍ਹ ਦੀ ਹੱਡੀ ਵਿੰਗੀ ਹੋ ਗਈ, ਕਿਉਂਕਿ ਸਾਰਾ ਸਾਡਾ ਸਟਰਕਚਰ ਰੀੜ੍ਹ ਦੀ ਹੱਡੀ 'ਤੇ ਹੁੰਦਾ ਹੈ, ਅਤੇ ਜਦੋਂ ਉਹ ਵਿੰਗੀ ਹੋ ਗਈ ਫਿਰ ਕਹਿ ਲਓ ਕਿ ਮੇਰੇ ਤੋਂ ਇੱਕ ਕਦਮ ਵੀ ਪੁੱਟਣਾ ਔਖਾ ਸੀ। ਅਤੇ ਡਾਕਟਰਸ ਨੇ ਵੀ ਕਹਿ ਦਿੱਤਾ ਸੀ ਕਿ ਨਹੀਂ, ਹੁਣ ਨਹੀਂ, ਮਤਲਬ ਕੁਛ ਹੋ ਸਕਦਾ, ਅਤੇ ਤੁਸੀਂ ਇਸ ਤਰ੍ਹਾਂ ਹੀ ਲਾਈਫ ਆਪਣੀ ਵੀਲਚੇਅਰ 'ਤੇ। ਕਿੰਨੀ ਉਮਰ ਤੁਹਾਡੀ? ਇਸ ਵੇਲੇ ਜੀ ਮੇਰੀ ਉਮਰ 40 ਸਾਲ ਹੋ ਗਈ, ਹੁਣ 40 ਸਾਲ ਦਾ ਹੋ ਗਿਆ ਮੈਂ। 40 ਸਾਲ ਦੀ ਉਮਰ ਹੋ ਚੁੱਕੀ ਹੈ ਤੁਹਾਡੀ? ਜੀ ਹਾਂਜੀ। 40 ਸਾਲ ਦੀ ਉਮਰ ਹੋ ਚੁੱਕੀ ਹੈ ਇਸ ਨੌਜਵਾਨ ਦੀ। ਤਾਂ ਦੇਖੋ ਜਜ਼ਬਾ, ਦੇਖੋ ਜਜ਼ਬੇ, ਸਭ ਤੋਂ ਵੱਡੀ ਗੱਲ ਹੈ ਕਿ ਜਜ਼ਬੇ ਨੂੰ ਸਲਾਮ ਕਰ ਰਹੀ ਹੈ ਸਾਡੀ ਟੀਮ, ਜਿਹੜੀ ਜਜ਼ਬੇ ਨੂੰ ਸਲਾਮ ਕਰ ਰਹੀ ਹੈ। ਸਾਡੇ ਸਾਹਮਣੇ ਕੋਈ ਮੰਤਰੀ ਹੋਵੇ ਜਾਂ ਕੋਈ ਸੈਲੀਬ੍ਰਿਟੀ ਹੋਵੇ, ਅਸੀਂ ਉਹਦੇ ਵੱਲ ਨਹੀਂ, ਤੁਹਾਡੇ ਵੱਲ ਪਹਿਲੇ ਆਵਾਂਗੇ, ਕਿਉਂਕਿ ਤੁਸੀਂ ਸਾਡੇ ਵਾਸਤੇ ਸੈਲੀਬ੍ਰਿਟੀ ਜੇ। ਜਿਸ ਤਰੀਕੇ ਨਾਲ ਤੁਸੀਂ ਆਪਣਾ ਜਜ਼ਬਾ ਦਿਖਾਇਆ। ਜਦੋਂ ਕਿਤਾਬ ਦੀ ਗੱਲ ਕਰੀਏ ਤਾਂ ਕਿਤਾਬ ਲਿਖਣ ਦਾ ਦਿਮਾਗ ਵਿੱਚ ਕਿਸ ਤਰ੍ਹਾਂ ਆਇਆ ਕਿ ਕਿਤਾਬ ਲਿਖੀ ਜਾਵੇ ਜਾਂ ਇਸ ਤਰ੍ਹਾਂ? ਹਾਂਜੀ ਜੀ, ਪਹਿਲੋਂ ਮੈਂ ਜਿਵੇਂ ਸ਼ੁਰੂਆਤ ਵਿੱਚ ਮੈਂ ਗੀਤ ਲਿਖਦਾ ਸੀ, ਪਰ ਉਹਦੇ ਕਰਕੇ ਕੀ ਹੁੰਦਾ ਸੀ ਕਿ ਆਪ ਸਿੰਗਰਾਂ ਕੋਲ ਜਾਣਾ ਪੈਂਦਾ ਹੈ, ਅਤੇ ਉਹਦੇ ਵਿੱਚ ਫਿਰ ਮੈਂ ਜ਼ਿਆਦਾ ਕਾਮਯਾਬ ਤਾਂ ਨਹੀਂ ਹੋ ਸਕਿਆ। ਇੱਕ ਦੋ ਗੀਤ ਕੀਤੇ ਵੀ, ਉਹ ਵੀ ਪਰ ਆਪਣੇ ਬੇਸ 'ਤੇ ਸਾਰਾ ਮਤਲਬ ਕਿ ਕੀਤਾ, ਸਭ ਕੁਝ ਮੈਂ ਆਪ ਹੀ ਲੈ ਕੇ ਹੈਡਕ, ਕਿਉਂਕਿ ਬਾਹਰ ਅੰਦਰ ਜਾਣਾ ਔਖਾ ਸੀ, ਇਸ ਕਰਕੇ ਸਿੰਗਰ ਘਰ ਆਉਂਦੇ ਨਹੀਂ ਸੀ। ਫਿਰ ਮੈਨੂੰ ਮੇਰੇ ਇੱਕ ਦੋਸਤ ਸੀ ਇਕਬਾਲ ਸਿੰਘ ਪੱਟੀ, ਉਹ ਮੇਰੇ ਸੰਪਰਕ 'ਚ ਆਏ। ਉਹ ਆਪ ਵੀ ਬਹੁਤ ਤਗੜੇ ਲੇਖਕ ਹਨ। ਉਹਨਾਂ ਨੇ ਮੈਨੂੰ ਇਸ ਪਾਸੇ ਤੋਰਿਆ, ਅਤੇ ਨਾ ਸਿਰਫ ਮੇਰਾ ਸਾਥ ਦਿੱਤਾ, ਮੇਰੇ ਮਾਰਗਦਰਸ਼ੇਤਾ ਬਣੇ, ਬਲਕਿ ਉਹਨਾਂ ਨੇ ਮੇਰੇ ਇਸ਼ਤਿਹਾਰ ਅਖਬਾਰਾਂ ਵਿੱਚ ਛਪਵਾਏ, ਜੋ ਕਿ ਬਹੁਤ ਮਕਬੂਲ ਹੋਏ ਉਹਨਾਂ ਦਿਨਾਂ 'ਚ, ਅਤੇ ਮੈਨੂੰ ਬਹੁਤ ਫੋਨ ਆਉਣ ਲੱਗੇ। ਇੱਥੋਂ ਫਿਰ ਮੈਨੂੰ ਉਤਸ਼ਾਹ ਪੈਦਾ ਹੋਇਆ ਕਿ ਹਾਂ, ਇਸ ਫੀਲਡ ਵਿੱਚ ਮੈਂ ਕੁਝ ਨਾ ਕੁਝ ਕਰ ਸਕਦਾ ਹਾਂ। ਅਤੇ ਆ ਪਿਛਲੇ 1.5 ਸਾਲ ਤੋਂ ਹੀ ਉਹਨਾਂ ਨੇ ਹੀ ਪ੍ਰੇਰਿਤ ਕੀਤਾ ਸੀ ਕਿ ਭਾਜੀ ਤੁਸੀਂ ਕਹਾਣੀਆਂ ਲਿਖੋ, ਅਤੇ ਆਪਾਂ ਸਾਰੇ ਰਲ ਮਿਲ ਕੇ ਤੁਹਾਡੀ ਕਿਤਾਬ ਕਰਵਾਵਾਂਗੇ। ਉਹਨਾਂ ਨੇ ਫਿਰ ਇਹ ਸੁਪਨਾ ਮੈਨੂੰ ਦਿੱਤਾ, ਅਤੇ ਫਿਰ ਮੈਂ ਬਸ ਹਿੰਮਤ ਜਤਾਉਣੀ ਸ਼ੁਰੂ ਕੀਤੀ, ਕਿਉਂਕਿ ਸਰੀਰ ਦਾ ਤਾਂ ਸਾਥ ਹੈ ਨਹੀਂ ਸੀ, ਪਰ ਫਿਰ ਵੀ ਮੈਨੂੰ ਲੱਗਾ ਕਿ ਜੇ ਸਾਰੇ ਮੇਰੇ ਯਾਰ ਦੋਸਤ ਇੰਨਾ ਕਰ ਰਹੇ ਨੇ, ਉਹਨਾਂ ਨੇ ਇੱਥੋਂ ਤੱਕ ਮੇਰਾ ਸਾਥ ਦਿੱਤਾ ਹੈ, ਤਾਂ ਮੈਨੂੰ ਵੀ ਹਿੰਮਤ ਜਤਾਉਣੀ ਪੈਣੀ ਹੈ। ਅਤੇ ਬਸ ਫਿਰ ਜੀ ਉਸੇ ਦਿਨ ਤੋਂ ਮੈਂ ਕਹਿ ਲਓ ਕਿ ਕਿਤਾਬ ਲਿਖਣ ਦੇ, ਕਹਾਣੀਆਂ ਲਿਖਣ ਵੱਲ ਲੱਗ ਪਿਆ। ਬਿਲਕੁਲ। ਤਾਂ ਇਹ ਸਿਰਫ ਇੱਕ ਹੱਥ ਕੰਮ ਕਰਦਾ, ਅਤੇ ਕਿਤਾਬ ਲਿਖਦੇ ਕਿਸ ਤਰ੍ਹਾਂ ਤੁਸੀਂ? ਇਹ ਜੀ ਮੈਂ ਸਾਰੀ ਕਿਤਾਬ ਜਿੰਨੀਆਂ ਵੀ ਸਟੋਰੀਜ਼ ਨੇ ਕੋਲ ਇਸ ਕਿਤਾਬ ਵਿੱਚ, ਉਹ ਸਾਰੀਆਂ ਪਹਿਲੋਂ ਮੈਂ
ਕਿਉਂਕਿ ਲਿਖਿਆ ਜਾਂਦਾ ਨਹੀਂ ਸੀ, ਕਾਪੀ ਵੀ ਨਹੀਂ ਸੀ ਫੜ ਹੁੰਦੀ ਤੇ ਪੈਨ ਨਾਲ ਵੀ ਲਿਖਣਾ ਔਖਾ ਸੀ। ਇਹ ਫਿਰ ਮੈਂ ਸਾਰੀਆਂ ਕਹਾਣੀਆਂ ਪਹਿਲਾਂ ਤਾਂ ਮੋਬਾਈਲ ਤੇ ਟਾਈਪ ਕੀਤੀਆਂ, ਫਿਰ ਉਹਨਾਂ ਨੇ ਸਾਰੀਆਂ ਕਹਾਣੀਆਂ ਅੱਗੋਂ ਕੰਪਿਊਟਰ ਤੇ ਦੁਬਾਰਾ ਟਾਈਪ ਕੀਤੀਆਂ। ਸੋ ਬੜਾ ਮੁਸ਼ਕਲ ਸੀ। ਇਹ ਸਾਰਿਆਂ ਦੇ ਉਹਨਾਂ ਦੇ ਬਹੁਤ ਸਾਥ ਦਿੱਤਾ, ਉਹਦੇ ਕਰਕੇ ਇਹ ਸਮਝੋ ਕਿ ਫਿਰ ਸਭ ਕੁਝ। ਮੋਬਾਈਲ ਦੇ ਉੱਤੇ ਹੀ ਅਸੀਂ ਸਾਰਾ ਕੁਝ ਕੀਤਾ ਹੈ, ਜੀ ਇੱਕ ਹਾਂ, ਹੱਥ ਨਾਲ ਫੜ ਕੇ। ਜੀ ਜਿੰਨੀਆਂ ਕੋਈ ਕੁਝ ਲਿਖਿਆ ਮੋਬਾਈਲ ਦੇ ਵਿੱਚ ਜਾਂ ਫਿਰ ਕਿਤਾਬ ਵਿੱਚ ਕੁਝ, ਕੋਈ ਖਾਸ ਲੈਣਾ ਸੁਣਾ ਦਿਓ। ਹੂੰ ਹਾਂਜੀ, ਮੈਂ ਮਤਲਬ ਕਿ ਜਿਵੇਂ ਦੱਸਿਆ ਕਿ ਟਾਈਪ ਸਾਰਾ ਮੋਬਾਈਲ 'ਚ ਹੀ ਹੁੰਦਾ ਸੀ ਤੇ ਮੋਬਾਈਲ ਦੇ ਵਿੱਚੋਂ ਹੀ ਕਰਦਾ ਸਾਂ। ਤੇ ਮੈਂ ਸੁਣਾਉਣਾ ਹੈ ਤੁਹਾਨੂੰ ਇੱਕ ਗੀਤ। ਉਹ ਕੁਝ ਲੈਣਾ ਨੇ, ਕਹਿੰਦਾ ਹਾਰ ਤੇ ਮੈਂ ਜਾਣਾ ਸੀ, ਜੇਕਰ ਹਾਰ ਮੰਨ ਲੈਂਦਾ, ਮਜਬੂਰੀਆਂ ਨੇ ਰੋਕਿਆ ਬਹੁਤ ਪਰ ਮੈਂ ਰੁਕਿਆ ਨਾ। ਉਂਝ ਡਾਊਨ ਟੂ ਅਰਥ ਤਾਂ ਬੜਾ ਹਾਂ, ਪਰ ਹਾਰ ਦੇ ਮੂਹਰੇ ਮੈਂ ਝੁਕਿਆ ਨਾ। ਦਰਦਾਂ ਦੀ ਜਦ ਜਦ ਹੋਈ ਬੇਇੰਤਹਾ, ਹੰਝੂਆਂ ਦੇ ਰਾਹੀਂ ਦਰਦ ਵਹਾ ਦਿੱਤਾ। ਦੁੱਖਾਂ ਨੇ ਜਦੋਂ ਵੀ ਨਪੀੜਿਆ ਮੈਨੂੰ, ਮੈਂ ਹਾਸਿਆਂ ਦਾ ਝੁਰਮਟ ਪਾ ਦਿੱਤਾ। ਗਮਾਂ ਦੇ ਕਾਲੇ ਬੱਦਲਾਂ ਪਿੱਛੇ ਰਾਜੇ ਹੰਸਪਾਲ, ਮੇਰੇ ਹੌਸਲੇ ਦਾ ਦਗਦਾ ਸੂਰਜ ਲੁਕਿਆ ਨਾ। ਉਂਝ ਡਾਊਨ ਟੂ ਅਰਥ ਤਾਂ ਮੈਂ ਬੜਾ ਹਾਂ, ਪਰ ਹਾਰ ਦੇ ਮੂਹਰੇ ਮੈਂ ਝੁਕਿਆ ਨਾ, ਪਰ ਹਾਰ ਦੇ ਮੂਹਰੇ ਮੈਂ ਝੁਕਿਆ ਨਾ। ਵਾਹ ਜੀ ਵਾਹ, ਕੀ ਬਾਤ ਹੈ। ਦਿਲ 'ਚ ਘਰ ਕਰ ਗਈਆਂ ਤੁਹਾਡੀਆਂ ਇਹ ਚੰਦ ਲੈਣਾ। ਤਾਂ ਕਿਤਾਬ ਦੇ ਵਿੱਚ ਕਿੰਨੀਆਂ ਕਿੰਨੀਆਂ ਖੂਬਸੂਰਤ ਲਾਈਨਾਂ ਲਿਖੀਆਂ ਹੋਣਗੀਆਂ, ਇਸ ਚੀਜ਼ ਦਾ ਅੰਦਾਜ਼ਾ ਇੱਥੋਂ ਹੀ ਹੁੰਦਾ ਹੈ। ਤਾਂ ਅਗਾਂਹ ਦਾ ਕੀ ਸੋਚਿਆ, ਕਿਸ ਤਰੀਕੇ ਨਾਲ ਇੱਕ ਕਿਤਾਬ ਲਿਖ ਦਿੱਤੀ ਹੈ, ਅੱਗੇ ਕੀ ਸੋਚਿਆ ਰਾਜਾ ਹੰਸਪਾਲ ਨੇ? ਹਾਂਜੀ ਬਿਲਕੁਲ, ਇਸ ਕਿਤਾਬ ਦਾ ਰਿਸਪੌਂਸ ਸਾਨੂੰ ਬਹੁਤ ਚੰਗਾ ਆ ਰਿਹਾ ਹੈ ਤੇ ਮੇਰੀ ਅੱਗੇ ਵੀ ਕੋਸ਼ਿਸ਼ ਇਹੀ ਆ ਕਿ ਜਿੰਨਾ ਵੀ ਸਮਾਜ ਨੂੰ ਕੁਝ ਦੇ ਸਕਾਂ, ਆਪਣੇ ਘਰਦਿਆਂ ਲਈ ਕੁਝ ਕਰ ਸਕਾਂ, ਯਾਰ ਦੋਸਤ ਜਿਹੜੇ ਹਮੇਸ਼ਾ ਸਾਥ ਦਿੰਦੇ ਨੇ ਉਹਨਾਂ ਲਈ ਕੁਝ ਚੰਗਾ ਸਾਹਿਤ ਦੇ ਕੇ ਜਾਵਾਂ। ਕਿਉਂਕਿ ਇਹਦੇ ਵਿੱਚ ਵੀ ਸਾਰੀਆਂ ਕਹਾਣੀਆਂ ਸਮਾਜਿਕ ਬੇਸਡ ਹੀ ਨੇ। ਜ਼ਰੂਰ ਜੇ ਕੋਈ ਪੜ੍ਹੂਗਾ ਤੇ ਉਹਨੂੰ ਇਹ ਆਪਣੀ ਕਹਾਣੀ ਲੱਗੂਗੀ, ਕੋਈ ਇਹਦੇ ਵਿੱਚ ਸਿੱਖਿਆ ਵੀ ਮਿਲੂਗੀ। ਸੋ ਮੇਰੀ ਇਹੀ ਕੋਸ਼ਿਸ਼ ਅੱਗੇ ਵੀ ਰਹੂਗੀ ਕਿ ਮੈਂ ਕੁਛ ਨਾ ਕੁਛ ਸਾਹਿਤ ਨੂੰ ਦੇਵਾਂ, ਆਪਣੇ ਪੰਜਾਬੀ ਕਲਚਰ ਨੂੰ ਦੇਵਾਂ, ਪੰਜਾਬੀ ਮਾਂ ਬੋਲੀ ਦੀ ਜਿੰਨੀ ਕੁ ਸੇਵਾ ਕਰ ਸਕਾਂ ਤੇ ਕਰਾਂ, ਤੇ ਗੀਤ ਵੀ ਲਿਖਾਂ ਜੀ। ਤਾਂ ਬਹੁਤ ਕੁਝ ਗਵਾਉਣ ਤੋਂ ਬਾਅਦ ਵੀ ਬਹੁਤ ਕੁਝ ਪਾ ਲਿੱਤਾ ਰਾਜਾ ਹੰਸ ਨੇ। ਜ਼ਿੰਦਗੀ ਦੇ ਨਾਲ ਕੋਈ ਗਿਲਾ ਤਾਂ ਨਹੀਂ ਰਹਿ ਗਿਆ ਕਿ ਰਹਿੰਦਾ ਪਿਆ ਗਿਲਾ? ਦੇਖੋ ਜੀ, ਭਾਵੇਂ ਆਪਾਂ ਜਿੰਨਾ ਮਰਜ਼ੀ ਕਹਿ ਲਈਏ ਕਿ ਬਹੁਤ ਜਿੰਦਾ ਦਿਲੀ ਆ, ਬਹੁਤ ਹੌਂਸਲਾ ਹੈ, ਪਰ ਕਿਤੇ ਨਾ ਕਿਤੇ ਦੁੱਖ ਤਾਂ ਹੁੰਦਾ ਹੈ। ਕਿਉਂਕਿ ਪੰਜਾਂ ਤੱਤਾਂ ਦਾ ਬਣਿਆ ਪੁੱਤਰਾ, ਉਹਨੂੰ ਉਹਦਾ ਭਾਵਨਾਤਮਕ ਹੋਣਾ ਮਤਲਬ ਕਿ ਨੈਚੁਰਲ ਆ। ਸੋ ਦੁੱਖ ਤੇ ਹੁੰਦਾ ਹੈ ਕਿ ਯਾਰ ਜੇ ਮੈਂ ਵੀ ਠੀਕ ਹੁੰਦਾ ਤੇ ਇਦਾਂ ਜ਼ਿੰਦਗੀ ਹੁੰਦੀ। ਸ਼ਾਇਦ ਪਤਾ ਨਹੀਂ ਮੈਂ ਕਿੱਥੇ ਹੋਣਾ ਸੀ, ਹਜੇ ਮੈਂ ਕੁਝ ਕਰ ਨਹੀਂ ਸਕਦਾ ਤਾਂ ਕਿਤਾਬ ਲਿਖ ਦਿੱਤੀ, ਜੇ ਸਹੀ ਹੁੰਦਾ ਤੇ ਪਤਾ ਜੀ ਬਿਲਕੁਲ, ਜਿਵੇਂ ਯਾਰ ਦੋਸਤ ਇੰਨੇ ਵਧੀਆ ਹੈ, ਘਰ ਪਰਿਵਾਰ ਰਿਸ਼ਤੇਦਾਰ ਇੰਨੇ ਵਧੀਆ ਹੈ, ਸੋ ਉਹ ਚੀਜ਼ਾਂ ਜੋ ਬੰਦਾ ਸਰੀਰ ਨਾਲ ਮਾਣ ਸਕਦਾ ਹੈ, ਉਹਦਾ ਦੁੱਖ ਤੇ ਹੁੰਦਾ ਹੈ। ਪਰ ਚਲੋ ਸ਼ੁਕਰ ਵੀ ਹੈ ਪਰਮਾਤਮਾ ਦਾ ਕਿ ਕਈਆਂ ਕੋਲ ਇਹ ਵੀ ਨਹੀਂ ਜੋ ਮੇਰੇ ਕੋਲ ਹੈ। ਸੋ ਉਹ ਇਸ ਗੱਲੋਂ ਮੈਂ ਪਰਮਾਤਮਾ ਦਾ ਸ਼ੁਕਰ ਕਰਦਾ ਹਾਂ। ਤੇ ਬਾਕੀ ਜਿਵੇਂ ਗੁਰਬਾਣੀ 'ਚ ਵੀ ਲਿਖਿਆ ਹੈ, ਤੂੰ ਕਾਹੇ ਡੋਲੇ ਪ੍ਰਾਣੀਆਂ, ਤੁਧ ਰਾਖੇਗਾ ਸਿਰਜਣਹਾਰ, ਜਿਨ ਪਦਾਇਸ ਤੂੰ ਕੀਆ ਸੋਈ ਦੇ ਆਧਾਰ, ਕਿ ਉਹ ਆਪ ਹੀ ਤੇਰੀ ਰੱਖਿਆ ਕਰੂਗਾ। ਯਾਨੀ ਕਿ ਜੋ ਕੁਝ ਮਹਾਰਾਜ ਨੇ ਦਿੱਤਾ ਹੁਣ ਠੀਕ ਹੈ, ਇਹਦੇ ਵਿੱਚ ਅਸੀਂ ਸੰਤੁਸ਼ਟ ਹਾਂ, ਭਾਵੇਂ ਗਿਲਾ ਜ਼ਰੂਰ ਹੋ ਰਿਹਾ ਪਰ ਸੰਤੁਸ਼ਟ ਹਾਂ ਜੋ ਮਿਲ ਗਿਆ। ਜੀ ਬਿਲਕੁਲ, ਕਿਉਂਕਿ ਦੇਖੋ ਦੋ ਹੀ ਆਪਸ਼ਨਾਂ ਹੁੰਦੀਆਂ, ਜਾਂ ਤੇ ਰੋ ਰੋ ਕੇ ਕੱਟ ਲਓ ਤੇ ਜਾਂ ਫਿਰ ਹੱਸ ਹੱਸ ਕੇ ਕੱਟ ਲਓ। ਰੋਵੋਗੇ ਤਾਂ ਰੋਣੇ ਕੋਈ ਨਹੀਂ ਸੁਣੂਗਾ, ਹਾਸੇ ਵੰਡੋਗੇ ਤਾਂ ਸਾਰੇ ਤੁਹਾਡੇ ਕੋਲ ਹੋਣਗੇ। ਜਿਵੇਂ ਮੇਰੇ ਯਾਰ ਦੋਸਤ ਮੇਰੇ ਕੋਲ ਆਉਂਦੇ ਆ, ਬਹੁਤ ਖੁਸ਼ ਹੁੰਦੇ ਆ, ਹਰ ਗੱਲ ਵਿੱਚ ਮੇਰੀ ਸਲਾਹ ਲੈਂਦੇ ਆ, ਉਹ ਇੰਨਾ ਕਾਬਿਲ ਸਮਝਦੇ ਆ। ਸੋ ਇਹਨਾਂ ਗੱਲਾਂ ਦਾ ਖੁਸ਼ੀ ਵੀ ਆ ਮਨ ਨੂੰ ਕਿ ਚਲੋ ਪਰਮਾਤਮਾ ਨੇ ਇੰਨਾ ਬਖਸ਼ਿਆ। ਬਿਲਕੁਲ, ਮੈਨੂੰ ਇਹ ਗੱਲਾਂ ਸੁਣ ਕੇ ਥੋੜ੍ਹਾ ਨਾ ਇਸ ਤਰ੍ਹਾਂ ਲੱਗ ਰਿਹਾ, ਇੱਕ ਕਹਾਣੀ, ਇੱਕ ਛੋਟੀ ਜਿੰਨੀ ਮੈਨੂੰ ਲਾਈਨਾਂ ਯਾਦ ਆ ਗਈਆਂ। ਇੱਕ ਬੰਦਾ ਮੰਦਿਰ ਦੇ ਵਿੱਚ ਜਾਂਦਾ ਹੈ ਤੇ ਜਾ ਕੇ ਰੱਬ ਨੂੰ ਕਹਿੰਦਾ ਕਿ ਮੈਨੂੰ ਕੁਝ ਨਹੀਂ ਦੇ ਰਿਹਾ ਤੂੰ, ਮੈਂ ਤੇਰੇ ਨਾਲ ਨਾਰਾਜ਼ ਹਾਂ। ਜਾ ਕੇ ਤੇ ਕਹਿੰਦਾ ਮੈਨੂੰ ਤੇਰੀ ਜ਼ਿੰਦਗੀ ਚਾਹੀਦੀ ਨਹੀਂ ਹੈ, ਬਹੁਤ ਨਾਰਾਜ਼ ਹੈ। ਜਦੋਂ ਮੰਦਿਰ ਦੇ ਬਾਹਰ ਆਉਂਦਾ ਤਾਂ ਉਹਦੇ ਪੈਰਾਂ 'ਚ ਚੱਪਲ ਨਹੀਂ ਹੁੰਦੀ ਤੇ ਕਹਿੰਦਾ ਮੈਨੂੰ ਚੱਪਲ ਤੱਕ ਨਹੀਂ ਦਿੱਤੀ। ਜਦੋਂ ਮੰਦਿਰ ਤੋਂ ਬਾਹਰ ਆਉਂਦਾ ਤੇ ਇੱਕ ਬੰਦਾ ਰਿੜ ਕੇ ਆਉਂਦਾ ਹੁੰਦਾ, ਉਹਦੀ ਲੱਤਾਂ ਨਹੀਂ ਹੁੰਦੀਆਂ, ਫਿਰ ਅੰਦਰ ਚਲਾ ਜਾਂਦਾ ਰੱਬ ਕੋਲੋਂ। ਤਾਂ ਇਹੋ ਹੀ ਗੱਲ ਯਾਦ ਆ ਰਹੀ ਆ ਕਿ ਉਹ ਰੱਬ ਕੋਲ ਜਾ ਕੇ ਕਹਿੰਦਾ ਸ਼ੁਕਰ ਹੈ ਮੈਨੂੰ ਲੱਤਾਂ ਤੇ ਦਿੱਤੀਆਂ। ਤਾਂ ਰਾਜਾ ਹੰਸ ਇਹੋ ਹੀ ਗੱਲ ਕਹਿਣ ਦੀ ਕੋਸ਼ਿਸ਼ ਕਰ ਰਿਹਾ। ਮਾਤਾ ਪਿਤਾ ਮੌਜੂਦ ਨੇ, ਉਹਨਾਂ ਦੇ ਨਾਲ ਵੀ ਚੰਦ ਗੱਲਾਂ ਸਾਂਝੀਆਂ ਕਰਦੇ ਹਾਂ, ਕਿਉਂਕਿ ਮਾਤਾ ਪਿਤਾ ਦੇ ਸੰਯੋਗ ਦੇ ਨਾਲ ਹੀ ਰਾਜਾ ਹੰਸਪਾਲ ਸ਼ਾਇਦ ਇੱਥੋਂ ਤੱਕ ਪਹੁੰਚੇ ਨੇ। ਮਾਤਾ ਜੀ, ਨਾਮ ਕੀ ਤੁਹਾਡਾ? ਮੇਰਾ ਨਾਮ ਚਰਨਜੀਤ ਹੈ ਜੀ। ਕੀ ਕਹਿਣਾ ਚਾਹੁੰਦੇ ਜੇ? ਪੁੱਤ ਦੇ ਆਪਾਂ ਦੇਖ ਚੁੱਕੇ ਹਾਲਾਤ ਕਿਸ ਤਰ੍ਹਾਂ ਦੇ, ਪਰ ਹਿੰਮਤ ਨਹੀਂ ਹਾਰੀ, ਚੰਗਿਆਂ ਦੇ ਨਾਲੋਂ ਵੀ ਬਹੁਤ ਜ਼ਿਆਦਾ ਚੰਗਾ। ਹਾਂਜੀ, ਇਹ ਜਿੰਦਾ ਦਿਲ ਇਨਸਾਨ ਆ,
ਮੇਰਾ ਪੁੱਤਰ ਜਿਹੜਾ ਹੈ ਨਾ ਜਿੰਦਾ ਦਿਲ ਇਨਸਾਨ ਆ। ਇਹ ਜਦੋਂ ਇਹਦੇ ਯਾਰ ਦੋਸਤ ਆਉਂਦੇ ਆ, ਨਾਰਾਜ਼ ਨਹੀਂ ਕਿਸੇ ਨੂੰ ਹੁੰਦਾ, ਖੁਸ਼ੀਆਂ ਵੰਡਦਾ ਹੈ ਸਾਰਿਆਂ ਨੂੰ। ਜੇ ਮੈਂ ਵੀ ਜਰਾ ਕੁ ਨਾਰਾਜ਼ ਥੋੜ੍ਹੀ ਜਿਹੀ ਵੀ ਦੁੱਖ ਕਰਦੀ ਆ ਮਹਿਸੂਸ, ਤਾਂ ਕਹਿੰਦੇ ਨਾ ਕਰੋ, ਕੋਈ ਗੱਲ ਨਹੀਂ, ਫੇਰ ਕੀ ਹੋਇਆ, ਤੁਹਾਡੇ ਹੋਰ ਵੀ ਪੁੱਤਰ ਹੈ ਨਾ, ਮੈਂ ਵੀ ਤਾਂ ਤੁਹਾਡੀ ਕਰਦਾ ਪਿਆ, ਮਤਲਬ ਮੈਂ ਵੀ ਤੁਹਾਡੇ ਬਾਰੇ ਸੋਚਦਾ ਪਿਆ। ਵੇਖੋ ਤੁਹਾਨੂੰ ਮੈਂ ਆਪਣਾ ਖਜ਼ਾਨਾ ਦੇ ਲਿਆ ਮਹਾਰਾਣੀ ਮਾਂ ਦਾ, ਇਹਦੇ ਵਿੱਚ ਤੁਹਾਡੇ ਵਾਸਤੇ ਮੈਂ ਲਿਖੀ ਹੈ, ਤੁਹਾਡੇ ਵਾਸਤੇ ਕਿ ਮੈਂ ਜੇ ਤੁਹਾਨੂੰ ਮਤਲਬ ਉਸ ਤਰ੍ਹਾਂ ਨਹੀਂ ਦੇ ਸਕਿਆ ਤਾਂ ਮੈਂ ਕਿਤਾਬ ਲੈ ਕੇ, ਕਿਤਾਬ ਦੇ ਜ਼ਰੀਏ ਮੈਂ ਆਪਣੇ ਵਿਚਾਰ ਪ੍ਰਗਟ ਕੀਤੇ ਇਹਦੇ ਵਿੱਚ। ਤੇ ਮੈਨੂੰ ਫਖਰ ਹੈ ਕਿ ਮੇਰਾ ਬੇਟਾ, ਮੈਨੂੰ ਇਹ ਕਿਤਾਬ ਮੇਰੇ ਲਈ ਲਿਖੀ ਇਹਨੇ। ਮਤਲਬ ਕਿੰਨੀ ਦੇਰ ਰਾਜਾ ਹੰਸ ਜਦੋਂ ਬਹਿੰਦਾ ਵਾ ਤੇ ਕਿੰਨੀ ਦੇਰ ਤੱਕ ਬੈਠਿਆ ਜਾਂਦਾ ਵਾ? ਵੱਧ ਤੋਂ ਵੱਧ 2 ਘੰਟੇ ਤੱਕ। 2 ਘੰਟੇ ਲਗਾਤਾਰ, ਉਸ ਤੋਂ ਬਾਅਦ ਹਾਂਜੀ ਹਾਂਜੀ ਤਾਂ ਡਾਕਟਰ ਸਾਹਿਬ ਆਂਦੇ ਆ? ਹਾਂਜੀ ਆਉਂਦੇ ਜੀ। ਆਉਂਦੇ ਆ? ਉਹ 1.5 ਘੰਟਾ ਕਰਦੇ ਆ, Daily? 1.5 ਹਾਂ 1.5 2 ਘੰਟੇ। ਤਾਂ ਪੱਟੀਆਂ ਸਾਰੇ ਸਰੀਰ ਤੇ ਕੀਤੀਆਂ ਇਸ ਤਰ੍ਹਾਂ? ਹਾਂਜੀ ਪੱਟੀਆਂ ਸਾਰੇ ਸਰੀਰ ਤੇ ਆ, ਵੇਖੋ ਇੱਥੋਂ ਤੱਕ ਕੀਤੀਆਂ ਸਾਰੇ, ਇੱਥੋਂ ਉੱਪਰੋਂ ਤੱਕ, ਇੱਥੋਂ ਤੱਕ ਗਰਮ ਪੱਟੀਆਂ। ਹਾਂਜੀ ਇਹ ਕੀਤੀਆਂ ਥੈਰੇਪੀ ਇੱਥੋਂ ਇੱਥੋਂ ਸਾਰੇ ਮੋਢੇ ਤੇ ਆ ਸਾਰੀ, ਇਹ ਸਾਰੀਆਂ ਪੱਟੀਆਂ, ਇਹ ਇੱਕ ਬਾਂਹ ਦੇ ਸਾਰੀਆਂ ਪੱਟੀਆਂ, ਇੱਧਰ ਨਹੀਂ ਸਿਰਫ, ਬਾਕੀ ਸਾਰੇ ਪੱਟੀਆਂ। ਤੇ ਇਹ ਫਿਰ ਉਤਾਰਨੀਆਂ ਹੁੰਦੀਆਂ, ਇਹਨਾਂ ਨੂੰ ਰੋਲ ਕਰਨਾ ਹੁੰਦਾ, ਧੁੱਪੇ ਪਾਉਣਾ ਹੁੰਦਾ। ਡੇਢ ਘੰਟੇ ਦੀ ਡਿਊਟੀ ਪੱਕੀ ਡਾਕਟਰ ਦੀ ਇੱਥੇ ਘੰਟੇ ਦੀ। ਹਾਂਜੀ ਹਾਂਜੀ ਉਸ ਤੋਂ ਬਾਅਦ ਫਿਰ ਜਦੋਂ ਇਹਦਾ ਮਨ ਕਰੇ 2-3 ਦਿਨ ਬਾਅਦ ਕੱਪੜੇ ਨਹੀਂ ਚੇਂਜ ਹੁੰਦੇ ਕੋ, ਫਿਰ ਮੈਂ ਮਤਲਬ ਕਰਕੇ ਮਤਲਬ ਸਪੰਜ ਕਰ ਦਿੰਦੀ ਇਹਨੂੰ। ਨਹਾਇਆ ਤੇ ਫਿਲਹਾਲ ਨਹੀਂ ਜਾ ਸਕਦਾ ਕਿਉਂਕਿ ਮਾਲਿਸ਼ ਤੇਲ ਨਾਲ ਹੁੰਦੀ ਹੈ, ਫਿਜ਼ੀਓਥੈਰੇਪੀ ਹੁੰਦੀ ਹੈ, ਤੇਲ ਨਾਲ ਮਾਲਿਸ਼ ਹੁੰਦੀ, ਮਸ਼ੀਨ ਲੱਗ। ਬਹੁਤ ਕਮਜ਼ੋਰ ਐ ਇਸ ਵੇਲੇ ਮੇਰੇ ਸਾਹਮਣੇ। ਹਾਂਜੀ ਤੇ ਫ੍ਰੈਕਚਰ ਹੋਣ ਦਾ ਡਰ ਹੈ, ਫਿਰ ਮੈਂ ਸਪੰਜ ਕਰ ਦਿੰਦੀ ਇਹਨੂੰ ਜਿੰਨਾ ਕੁ ਹੋ ਸਕੇ। ਤੇ ਫਿਰ ਦੁਬਾਰਾ ਡਾਕਟਰ ਸਾਹਿਬ ਪੱਟੀਆਂ ਕਰ ਦਿੰਦੇ। ਡਾਕਟਰ ਸਾਹਿਬ ਵੀ ਚੰਗੇ ਆ ਕਿ ਇਹੋ ਜਿਹੇ ਸਰੀਰ ਨੂੰ ਵਿਚਾਰੇ ਕਰਦੇ ਪਏ, ਉਹਨਾਂ ਦੀ ਮੈਂ ਸ਼ੁਕਰਗੁਜ਼ਾਰ ਹੈ। ਤੇ ਪਰਮਾਤਮਾ ਦੀ ਵੀ ਸ਼ੁਕਰਗੁਜ਼ਾਰ ਹੈ ਕਿ ਮੈਨੂੰ ਇਹੋ ਜਿਹਾ ਪੁੱਤਰ ਦਿੱਤਾ ਹੈ, ਮੈਨੂੰ ਫਖਰ ਹੈ। ਚੰਗੇ ਇਨਸਾਨਾਂ ਨੂੰ ਸਭ ਚੰਗੇ ਹੀ ਲੱਗਦੇ ਨੇ, ਰੱਬ ਕਿੰਨਾ ਕਿ ਸਾਰੇ ਚੰਗੇ ਇਨਸਾਨ ਹੀ ਤੁਹਾਨੂੰ ਮਿਲਣ, ਵੱਡੀ ਗੱਲ ਹੈ। ਪਿਤਾ ਜੀ ਵੀ ਮੌਜੂਦ ਨੇ। ਬਾਪੂ ਜੀ ਕੀ ਕਹਿਣਾ ਚਾਹੁੰਦੇ ਹੋ? ਸ਼ਾਇਦ ਜਿਸ ਤਰ੍ਹਾਂ ਦੀ ਮਰਜ਼ੀ ਹਾਲਾਤ ਨੇ ਤੁਹਾਡੇ ਬੇਟੇ ਦੇ, ਰਾਜਾ ਹੰਸਪਾਲ ਦੇ, ਪਰ ਫਿਰ ਵੀ ਹਿੰਮਤ ਨਹੀਂ ਹਾਰੀ, ਲੋਕਾਂ ਵਾਸਤੇ ਮਿਸਾਲ ਬਣਦੇ ਆ। ਹਾਂਜੀ ਇਹ ਤਾਂ ਹੈ ਹੀ ਹੈ। ਅਤੇ ਅਸੀਂ ਵੀ ਬਹੁਤ ਕਦਮਾਂ ਵਾਲੇ ਹਾਂ ਜਿਹੜੇ ਵੀ ਜਦੋਂ ਇੱਥੋਂ ਤੱਕ ਪਹੁੰਚਿਆ ਵਾ ਵਿਚਾਰਾ, ਜੇ ਨਾ ਚੱਲਣ ਫਿਰਨ ਦੇ ਫਿਰ ਵੀ ਉਹ ਸਾਰੇ ਕੰਮ ਜਿਹੜੇ ਸਹੀ ਕਰ ਰਿਹਾ ਵਾ। ਅਤੇ ਸਕੂਲ ਵੀ ਜਾਂਦਾ ਰਿਹਾ, ਪਹਿਲੇ ਸਕੂਲ ਤੋਂ ਪੜ੍ਹਿਆ ਵੀ ਆ, 10-12 ਜਮਾਤਾਂ ਪੜ੍ਹਿਆ ਵਾ। ਮੁੜ ਕੇ ਫਿਰ ਇਹਨੂੰ ਬਾਹਰ ਵੀ ਅਸਾਂ ਖੜਿਆ, ਕਿਸੇ ਨੇ ਕਿਹਾ ਸੀ ਵੀ ਵਿਸ਼ਾਖਾਪਟਨਮ ਲੈ ਜਾਓ, ਉੱਥੇ ਇਹਦਾ ਇਲਾਜ ਚੱਲਦਾ। ਯਾਨੀ ਕਿ ਕੋਸ਼ਿਸ਼ ਹਰ ਅਸੰਭਵ ਕੋਸ਼ਿਸ਼ ਕੀਤੀ ਹੈ। ਹਾਂ ਕੋਸ਼ਿਸ਼ ਅਸੀਂ ਕਾਫੀ ਕਰਦੇ ਰਹੇ ਹਾਂ, ਬਾਕੀ ਮਹਾਰਾਜ ਦੀ ਮਰਜ਼ੀ ਸੀ ਵੀ ਉਹਨੇ ਮੰਜੇ 'ਤੇ ਰੱਖਿਆ ਇਹਨੂੰ, ਤੁਰਨ ਫਿਰਨ ਜੋਗਾ ਨਹੀਂ ਕਿ ਹੋਣ ਦਿੱਤਾ ਉਹਨੂੰ। ਮੰਜੇ ਤੇ ਰਹਿ ਕੇ ਵੀ ਕਮਾਲ ਹੈ ਹੈਨਾ। ਤਾਂ ਰਾਜਾ ਹੰਸ ਮੰਜੇ ਤੇ ਰਹਿ ਕੇ ਵੀ ਵਾਕਿਆ ਹੀ ਕਮਾਲ ਦੀਆਂ ਗੱਲਾਂ ਲਿਖਦਾ ਪਿਆ, ਕਮਾਲ ਦਾ ਇੱਕ ਆਪਣਾ ਨਾਮ ਕਰਦਾ ਪਿਆ, ਪਰਿਵਾਰਿਕ ਮੈਂਬਰਾਂ ਨੂੰ ਕੁਝ ਐਸਾ ਤੋਹਫਾ ਦੇਣ ਦੀ ਕੋਸ਼ਿਸ਼ ਕਰ ਰਿਹਾ ਜਿਹੜਾ ਤੋਹਫਾ ਰਹਿੰਦੀ ਦੁਨੀਆ ਤੱਕ ਸ਼ਾਇਦ ਰਹੇਗਾ। ਇਹ ਕਿਤਾਬਾਂ ਰਹਿੰਦੀ ਦੁਨੀਆ ਤੱਕ ਰਹਿਣਗੀਆਂ, ਜੇਕਰ ਇਹਦੇ ਵਿੱਚ ਗੱਲਾਂ ਤੁਸੀਂ ਪੜ੍ਹੋਗੇ ਤਾਂ ਇਸ ਗੱਲ ਦਾ ਅੰਦਾਜ਼ਾ ਤੁਹਾਨੂੰ ਖੁਦ ਹੀ ਹੋ ਜਾਏਗਾ। ਤਾਂ ਰਾਜਾ ਹੰਸ ਦੀ ਇਸ ਕਿਤਾਬ ਨੂੰ ਪੜ੍ਹਨ ਤੋਂ ਬਾਅਦ ਕਮੈਂਟ ਜ਼ਰੂਰ ਕਰਨਾ। ਜੇਕਰ ਕਿਤਾਬ ਤੁਹਾਡੀ ਤੱਕ ਪਹੁੰਚਣਾ ਹੋਵੇ ਤਾਂ ਕਿਸ ਤਰ੍ਹਾਂ ਪਹੁੰਚੇਗਾ? ਹਾਂਜੀ ਹਾਂਜੀ ਅੰਮ੍ਰਿਤਸਰ ਵਿੱਚ ਆਜ਼ਾਦ ਬੁੱਕ ਡਿਪੂ ਤੇ ਔਰ ਸਿੰਘ ਬ੍ਰਦਰਜ਼ ਬੁੱਕ ਡਿਪੂ ਤੇ ਕਿਤਾਬਾਂ ਮੌਜੂਦ ਨੇ। ਸੋਸ਼ਲ ਮੀਡੀਆ ਤੇ ਮਿਲੇਗੀ? ਹਾਂਜੀ ਸੋਸ਼ਲ ਮੀਡੀਆ ਤੇ ਵੀ ਤੁਸੀਂ ਮੇਰੇ ਨੰਬਰ ਤੇ ਸੰਪਰਕ ਕਰ ਸਕਦੇ ਹੋ। ਤਾਂ ਆਪਸੇ ਤੁਹਾਨੂੰ ਨੰਬਰ ਮੇਰਾ ਹੈਗਾ ਵਾ 9880306008। ਇਸ ਨੰਬਰ ਤੇ ਤੁਸੀਂ ਸੰਪਰਕ ਕਰਕੇ ਕਿਤਾਬ ਅਸੀਂ ਤੁਹਾਨੂੰ ਤੁਹਾਡੇ ਘਰੇ ਵੀ ਉਪਲਬਧ ਕਰਵਾ ਦਾਂਗੇ ਜੇ ਤੁਸੀਂ ਮੰਗਵਾਉਣਾ ਚਾਹੋ ਤਾਂ। ਤਾਂ ਬਿਲਕੁਲ ਰਾਜਾ ਹੰਸ ਨੇ ਆਪਣਾ ਨੰਬਰ ਦੱਸ ਦਿੱਤਾ, ਜਿਹੜਾ ਇਸ ਕਿਤਾਬ ਨੂੰ ਲੈਣਾ ਚਾਹੁੰਦਾ ਉਹ ਉੱਥੇ ਪਹੁੰਚ ਸਕਦਾ। ਹਾਲਾਂਕਿ ਫਿਲਹਾਲ ਦੇਖਿਆ ਜਾਵੇ ਤਾਂ ਘਰ ਤੱਕ ਲੋਕ ਜ਼ਰੂਰ ਪਹੁੰਚਦੇ ਪਏ ਨੇ, ਕਿਤਾਬਾਂ ਲੈ ਰਹੇ ਨੇ, ਪਰ ਵੱਡੀ ਗੱਲ ਹੈ ਇਸ ਵੇਲੇ ਇਹ ਜਿਹੜੀ ਕਵਰੇਜ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਹਾਂ, ਵੱਡੀ ਗੱਲ ਇਸ ਕਰਕੇ ਹੈ ਕਿ ਜਿਹੜੇ ਨੌਜਵਾਨ ਹਿੰਮਤ ਹਾਰ ਚੁੱਕੇ ਨੇ, ਜਿਹੜੇ ਨੌਜਵਾਨ ਤੰਦਰੁਸਤ ਹੋਣ ਦੇ ਬਾਵਜੂਦ ਵੀ ਕਹਿੰਦੇ ਨੇ ਕੰਮ ਨਹੀਂ ਹੈਗਾ, ਤਾਂ ਉਹਨਾਂ ਵਾਸਤੇ ਮਿਸਾਲ ਬਣੀ ਹੈ ਅੰਮ੍ਰਿਤਸਰ ਦਾ ਇਹ ਰਾਜਾ ਹੰਸ, ਜਿਹੜਾ ਕਿ ਪੂਰੀ ਦੁਨੀਆ ਦੇ ਵਿੱਚ ਇਸ ਵਕਤ ਨਾਮ ਦੇ ਰਿਹਾ ਆਪਣਾ ਕਿ ਮੈਂ ਇਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ ਵੀ ਕਿਸ ਤਰੀਕੇ ਨਾਲ ਕੰਮ ਕਰ ਰਿਹਾ। ਇਹ ਕਿਤੇ ਨਾ ਕਿਤੇ ਨਸੀਹਤ ਦੇ ਰਿਹਾ। ਦੇਖਣਾ ਹੋਏਗਾ ਕਿ ਇਹ ਨਸੀਹਤ ਤੋਂ ਬਾਅਦ ਉਹ ਨੌਜਵਾਨ ਜਾਗਦੇ ਨੇ ਜਿਹੜੇ ਕਿ ਹਿੰਮਤ ਹਾਰ ਚੁੱਕੇ ਨੇ। ਕੈਮਰਾਮੈਨ ਦਲੀਪ ਦੇ ਨਾਲ ਸੁਖਚੈਨ ਸਿੰਘ, ਫਾਸਟ ਵੇ ਨਿਊਜ਼ ਅੰਮ੍ਰਿਤਸਰ।